ਚਾਰ ਜ਼ਨਾਨੀਆਂ ਮਾਰ ਬੈਠੇ ਆ ਸੀ 60 ਸਾਲ ਦਾ ਅੰਕਲ ਤੇ ਫਿਰ ਵਿਆਹ ਪਿਆ ਢੂੰਡਦਾ ਸੀ। ਮਹੱਲੇ 'ਚ ਬੜਾ ਬਦਨਾਮ ਆਇਆ ਕਿ ਇਹਨੇ ਚਾਰ ਜ਼ਨਾਨੀਆਂ ਆਪਣੀਆਂ ਮਾਰ ਦਿੱਤੀਆਂ ਨੇ। ਮਰੀਆਂ ਉਹ ਹਾਲਾਂਕਿ ਬਿਮਾਰੀ ਨਾਲ ਸੀ। ਜਿਸਲੇ ਮਹੱਲੇ 'ਚ ਜਾਂਦਾ ਸੀ ਤੇ ਸਾਰੀਆਂ ਜ਼ਨਾਨੀਆਂ ਸਮਝੋ ਤਾਕੇ ਉਹਦੇ ਵੱਲੋਂ ਡਰਦੀਆਂ ਸੀ। ਮਸਜਿਦ ਜਾਂਦਾ ਬਕਾਇਦਗੀ ਨਾਲ ਨਮਾਜ਼ ਪੜ੍ਹ ਕੇ ਆਉਂਦਾ ਸੀ। ਉਹਨੇ ਅੱਗੂ ਜਿਹੜਾ ਰਿਸ਼ਤੇ ਵਾਲੀ ਨੂੰ ਫੇਰ ਪੈਸੇ ਦਿੱਤੇ ਸੀ ਕਿ ਮੇਰੇ ਵਾਸਤੇ ਰਿਸ਼ਤਾ ਢੂੰਡ, ਲੇਕਿਨ ਹੁਣ ਢੂੰਡੀ ਕੋਈ ਯੰਗ ਕੁੜੀ ਦਾ। ਅੱਗੇ ਜਿਹੜੀਆਂ ਵਡੇਰੀਆਂ ਢੂੰਡੀਆਂ ਸੀ ਉਹ ਤੇ ਜਲਦੀ ਦੁਨੀਆ ਤੋਂ ਰੁਖਸਤ ਹੋ ਗਈਆਂ ਨੇ। ਉਹ ਰਿਸ਼ਤੇ ਵਾਲੀ ਨੇ ਫਟਾਫਟ ਉਹਨੂੰ ਰਿਸ਼ਤਾ ਢੂੰਡ ਦਿੱਤਾ ਤੇ ਉਹ ਵੀ ਜਵਾਨ ਕੁੜੀ ਦਾ। ਉਹਨਾਂ ਨੇ ਸੋਚਿਆ ਕੁੜੀ ਵਾਲਿਆਂ ਕਿ ਚਲੋ ਸੁੱਖ ਹੈ, ਬੁੱਢਾ ਹੋਏ ਆ, ਸਾਡੀ ਕੁੜੀ ਨੂੰ ਇਹਨੇ ਕੀ ਆਖਣਾ, ਭਲਕੇ ਸਾਰੀ ਜਾਇਦਾਦ ਤੇ ਸਾਡੀ ਕੁੜੀ ਦੀ ਹੋ ਜਾਣੀ ਹੈ। ਉਹਨਾਂ ਫਟਾਫਟ ਹਾਮੀ ਭਰ ਦਿੱਤੀ। ਕੁੜੀ ਵੀ ਅੱਗੂ ਕੋਨਾ ਬੋਲੀ। ਉਹ ਬਾਬੇ ਨੇ ਉਹਨਾਂ ਨੂੰ ਪੈਸੇ ਸ਼ੈਸੇ ਦਿੱਤੇ, ਲੋ ਜੀ ਤੁਸੀਂ ਤਿਆਰੀ ਕਰੋ। ਬਾਬਾ ਤੇ ਖੁਸ਼ ਹੋ ਗਿਆ ਆਪਣੀ ਜਗ੍ਹਾ ਤੇ। ਉਹ ਜਨਾਬ ਜਿਸਲੇ ਕੁੜੀ ਨੂੰ ਘਰ ਲੈ ਕੇ ਆਇਆ, ਬਾਬੇ ਨੇ ਉਹਨੂੰ ਇਸ ਤਰ੍ਹਾਂ ਕੁੜੀ ਨੂੰ ਚਟਿਆ ਜਿਸ ਤਰ੍ਹਾਂ ਰਿੱਛ ਚਟਦਾ। ਉਹਨੇ ਜਨਾਬ ਕੁੜੀ ਦੀ ਮੱਤ ਮਾਰ ਕੇ ਰੱਖ ਦਿੱਤੀ 10 ਦਿਨਾਂ ਦੇ ਅੰਦਰ। 10 ਦਿਨਾਂ ਬਾਅਦ ਜਿਸਲੇ ਕੁੜੀ ਦੀ ਮਾਂ ਆਈ ਹੈ ਤੇ ਉਹ ਆ ਕੇ ਆਪਣੀ ਕੁੜੀ ਨੂੰ ਤੱਕ ਕੇ ਤੇ ਆਂਦੀ ਹੈ ਚੱਲ ਕੁੜੀਏ ਮੈਂ ਤੈਨੂੰ ਵਾਪਸ ਲੈ ਜਾ। ਬਾਬੇ ਨੇ ਆਖਿਆ ਨਾ ਆਈਏ ਨਹੀਂ ਚੱਲੀ, ਇਹਨੂੰ ਕੱਲ ਪਰਸੋਂ ਆ ਕੇ ਤੁਸੀਂ ਲੈ ਜਾਓ। ਕੁੜੀ ਕਹਿੰਦੀ ਹੈ ਨਹੀਂ ਅੰਮਾ ਜੀ ਮੈਂ ਹੁਣ ਹੀ ਨਾਲ ਜਾਣਾ। ਕਿਹਾ ਮੈਂ ਜੇ ਆਖਣਾ ਪਿਆ 2 ਦਿਨ ਠਹਿਰ ਜਾ ਫੇਰ ਤੂੰ ਟੁਰ ਜੀ। ਬਾਬੇ ਦਾ ਇਹ ਚਾਹ ਪੂਰਾ ਨਹੀਂ ਸੀ ਹੋਇਆ। ਉਹ ਮਾਂ ਨੇ ਆਖਿਆ ਕੋਈ ਨਹੀਂ ਪੁੱਤਰ ਮੈਂ ਚੱਲ ਪਰਸੋਂ ਆ ਜਾਵਾਂਗੀ ਫਿਰ ਤੈਨੂੰ ਆ ਕੇ ਲੈ ਜਾਵਾਂਗੀ। ਉਹ ਪਰਸੋਂ ਆਈ ਤੇ ਆਂਦੀ ਹੈ ਅੰਮਾ ਮੈਨੂੰ ਤੇ ਇਹਦੇ ਕੋਲੋਂ ਤਲਾਕ ਦਵਾਓ, ਮੈਂ ਇੱਥੇ ਕੋਈ ਨਹੀਂ ਰਹਿਣਾ। ਉਹਨੇ ਆਖਿਆ ਧੀਏ ਕੀ ਹੋਈ, ਵਡੇਰਾ ਤੇ ਬੰਦਾ। ਉਹਨੇ ਆਖਿਆ ਅੰਮਾ ਜਿਸ ਤਰ੍ਹਾਂ ਵੀ ਆ ਮੈਂ ਨਹੀਂ ਰਹਿਣਾ ਹੈ ਵੀ, ਤੁਸੀਂ ਜਿਹੜਾ ਮੈਨੂੰ ਇੱਥੋਂ ਲੈ ਜਾਓ। ਉਹਨੇ ਆਖਿਆ ਪੁੱਤਰ ਇਹ ਗੱਲ ਨਾ ਕਰ। ਅੰਮਾ ਚੁੱਪ ਕਰਕੇ ਘਰ ਲੈ ਗਈ, ਜਾ ਕੇ ਸਮਝਾਇਆ। ਕੁੜੀ ਖੁੱਲ ਕੇ ਨਹੀਂ ਸੀ ਦੱਸਦੀ ਪਈ ਕਿ ਕੀ ਮਸਲਾ ਬਣਿਆ। ਉਹ ਜਨਾਬ ਚੁੱਪ ਕੀਤੀ ਰਹੀ, ਰੋਂਦੀ ਰਹੀ। ਲੇਕਿਨ ਅੰਮਾ ਜਿਹੜਾ ਜ਼ਬਰਦਸਤੀ ਫੇਰ ਆ ਕੇ ਤੇ ਉਹ ਬਾਬੇ ਅੰਕਲ ਕੋਲ ਛੱਡ ਗਈ। ਅੰਕਲ ਜਨਾਬ ਉਹਨੂੰ ਜਿਹੜਾ ਚੰਗੀ ਤਰ੍ਹਾਂ ਇਸਤੇਮਾਲ ਕਰਦਾ ਰਿਹਾ 2-3 ਮਹੀਨੇ। ਉਸ ਤੋਂ ਬਾਅਦ ਤੇ ਉਹ ਕੁੜੀ ਜਿਹੜੀ ਆ ਆਪਣੀਆਂ ਲੱਤਾਂ ਤੇ ਵੀ ਨਹੀਂ ਸੀ ਖਲੋ ਸਕਦੀ। ਇਤਨਾ ਕੁ ਬਾਬੇ ਨੇ ਉਹਨੂੰ ਝੱਟ ਸੜਿਆ ਸੀ। ਉਸ ਤੋਂ ਬਾਅਦ ਜਿਸਲੇ ਕੁੜੀ ਦੀ ਮਾਂ ਆਈ ਤੇ ਤੱਕਿਆ ਤੇ ਘਰ ਜਿਹੜਾ ਸਿਰਫ ਨੌਕਰਾਣੀ ਸੀ। ਉਹਨੇ ਆਖਿਆ ਕਿੱਧਰ ਗਏ ਨੇ? ਉਹਨੇ ਆਖਿਆ ਕਿਰੇ ਗਏ ਨੇ ਆਪਣੇ ਕੰਮ। ਉਹ ਜਨਾਬ ਉੱਥੇ ਹੀ ਬਹਿ ਰਹੀ ਕਿ ਚਲੋ ਹੁਣੇ ਵਾਪਸ ਆ ਜਾਣਗੇ, ਉਹਨਾਂ ਕਿੱਥੇ ਜਾਣਾ। ਉਹ ਕਾਫੀ ਦੇਰ ਇੰਤਜ਼ਾਰ ਕਰਦੀ ਰਹੀ। ਜਿਸਲੇ ਸ਼ਾਮਾਂ ਵੇਲੇ ਵਾਪਸ ਆਏ ਉਹਨੇ ਪੁੱਛਿਆ ਕਿ ਕੀ ਗੱਲ ਆ ਪੁੱਤਰ ਕਿੱਧਰ ਗਈ ਸੀ? ਕੁੜੀ ਰੋਣ ਲੱਗ ਪਈ। ਉਹਨੇ ਆਖਿਆ ਅੰਮਾ ਜੀ ਮੈਨੂੰ ਲੈ ਕੇ ਗਏ ਸੀ ਹਕੀਮ ਕੋਲ। ਉਹਨੇ ਆਖਿਆ ਹਕੀਮ ਕੋਲ ਕਿਉਂ ਲੈ ਕੇ ਗਏ ਸੀ, ਤੂੰ ਕੀ ਕਰਨ ਗਈ ਸੀ ਹਕੀਮ ਕੋਲ? ਉਹਨੇ ਆਖਿਆ ਉੱਥੇ ਹਕੀਮ ਕੋਲ ਖੜਿਆ ਨੇ, ਜਾ ਕੇ ਹਕੀਮ ਮੈਨੂੰ ਅੰਦਰ ਕਮਰੇ 'ਚ ਲੈ ਗਿਆ। ਉਹਨੇ ਮੇਰੇ ਸਾਰੇ ਕੱਪੜੇ ਲਾਹ ਕੇ ਥੱਲਿਓਂ ਜਿਹੜਾ ਮੇਰੇ ਨਾਲ ਪਤਾ ਨਹੀਂ ਕੀ ਤੱਕਦਾ ਰਿਹਾ ਚੀਜ਼ਾਂ ਵਿੱਚੋਂ। ਲੇਕਿਨ ਉਸ ਤੋਂ ਬਾਅਦ ਜਿਹੜਾ ਇਹਨੇ ਕੋਈ ਗੱਲ ਨਹੀਂ ਕੀਤੀ। ਬਹਰਹਾਲ ਅੰਮਾ ਜੀ ਮੈਂ ਬੜੀ ਪਰੇਸ਼ਾਨ ਆ, ਮੈਂ ਨਹੀਂ ਇੱਥੇ ਰਹਿਣਾ। ਉਹਨੇ ਆਖਿਆ ਪੁੱਤਰ ਕੁਝ ਨਹੀਂ ਹੁੰਦਾ, ਇਹ ਵਡੇਰਾ ਬੰਦਾ, ਮੈਂ ਆਪੇ ਗੱਲ ਕਰ ਲੈਣੀ ਆ। ਉਹ ਜਿਸਲੇ ਉਹਦੇ ਨਾਲ ਗੱਲ ਕੀਤੀ ਕਿ ਤੁਸੀਂ ਜਿਹੜਾ ਮੇਰੀ ਕੁੜੀ ਨੂੰ ਇਸ ਤਰ੍ਹਾਂ ਹਕੀਮ ਕੋਲ ਲੈ ਕੇ ਗਏ ਸੋ, ਉਹਨੇ ਆਖਿਆ